ਅਸੀਂ ਆਪਣੇ ਆਪ ਨੂੰ ਦੇਖਣਾ ਵੀ ਸਾਡੇ ਤੇ ਕਿਹੜੀ, ਅਸੀਂ ਕਿੱਥੇ ਖੜੇ। ਦੂਆ ਦੂਏ ਨੂੰ ਕਹਿਣ ਦਾ ਮਤਲਬ ਨਹੀਂ ਆਪਣੇ ਗਰਵਾਨ ਵਿੱਚ ਸਿਰ ਨਹੀਂ ਕਰਦੇ। ਦੂਏ ਨੂੰ ਕਹੇ ਤਾਂ ਲੜਾਈ ਪੈਦਾ ਹੋਊਗੀ। ਦੂਏ ਨੂੰ ਕਿਉਂ ਕਹੀਏ? ਅਸੀਂ ਆਪਣੇ ਆਪ ਨੂੰ ਕਹੀਏ। ਆਪ ਸਿੱਖ ਬਣਨ ਦੀ ਲੋੜ ਹੈ, ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਜਿਹੜੇ ਦੂਆਂ ਨੂੰ ਸਿੱਖ ਬਣਾਉਂਦੇ ਨੇ ਆਪ ਚੋਰ ਹਰਾਮਖੋਰ ਕਿਉਂ ਨੇ? ਆਪ ਸਿੱਖ ਕਿਉਂ ਨਹੀਂ? ਜੇ ਉਹ ਹੈਗੇ ਨੇ ਤਾਂ ਸ਼ਰਤ ਹੈ ਗੁਰਬਾਣੀ ਦੇ ਨੂੰ ਅਰਥਾ ਕੇ ਦਿਖਾਉਣ। ਜਿੱਦਣ ਗੁਰਬਾਣੀ ਨੂੰ ਅਰਥਾ ਦੇਣਗੇ, ਰਾਜਾ ਰਾਮ ਦੀ ਕਹਾਣੀ ਨੂੰ ਜਾਣ ਲੈਣਗੇ, ਉਦੋਂ ਮੰਨਾਂਗੇ ਵੀ ਹਾਂ ਠੀਕ ਹੈ। ਉਹ ਰਾਜਾ ਰਾਮ ਦੀ ਕਹਾਣੀ ਲਿਖੀ ਹੋਈ ਹੈ, ਅਰਥਾ ਦੋ, ਤੁਸੀਂ ਨਹੀਂ ਸਮਝ ਲਓ। ਹਾਂਜੀ, ਇਹ ਅੱਖਰ ਖਿਰ ਜਾਏਂਗੇ। ਉਹ ਅਖਰ ਇਹਨੂੰ ਨਾ ਹੈ। ਅਖਰ ਕੌਣ ਹੈ? ਅਖਰ ਆਤਮਾ, ਆਤਮ ਗਿਆਨ ਹੈ ਇਹ। ਆਤਮਾ ਇਹਦੇ ਵਿੱਚ ਨਹੀਂ ਹੈ। ਅੱਖਰਾਂ 'ਚ ਆਤਮਾ ਨਹੀਂ ਹੁੰਦੀ। ਇਹ ਅੱਖਰ ਨੇ, ਬਾਣੀ ਵੀ ਨਹੀਂ ਹੈ, ਸ਼ਬਦ ਨਹੀਂ ਹੈ। ਅਸੀਂ ਇਹਨੂੰ ਸ਼ਬਦ ਗੁਰੂ ਦਾ ਜਿਹੜਾ ਕਹਿੰਦੇ ਰੌਲਾ ਪਾਉਂਦੇ ਆ ਅੱਖਰਾਂ ਨੂੰ, ਇਹ ਵੀ ਗੁਰਮਤਿ ਤੋਂ ਖਿਲਾਫ ਹੈ ਗੱਲ। ਸ਼ਬਦ ਨਹੀਂ ਹੈ। ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ ਹੈ। ਸ਼ਬਦ ਕੰਨਾਂ ਨਾਲ ਸੁਣਿਆ ਜਾ ਸਕਦਾ ਹੈ। ਜਾਂ ਇਹ ਬੋਲੇ ਤੇ ਬਾਣੀ ਬਣਨੀ ਹੈ, ਬੋਲੇ ਤੇ ਸ਼ਬਦ ਬਣਨਾ। ਜਿੰਨਾ ਚਿਰ ਅੱਖਾਂ ਨਾਲ ਦੇਖਣ ਵਾਲੀ ਚੀਜ਼ ਅੱਖਰ ਹੈ, ਕੰਨਾਂ ਨਾਲ ਸੁਣਨ ਵਾਲਾ ਸ਼ਬਦ ਹੈ। ਇਹ ਬੋਲਾਂਗੇ, ਅੱਖਰੀ ਲਿਖਣ, ਬੋਲਣ ਦਾ ਨੋ ਬਾਣੀ ਹੈ। ਕਿਉਂ? ਬਾਣੀ ਕੰਨਾਂ ਦਾ ਵਿਸ਼ਾ ਹੁੰਦੀ ਹੈ, ਅੱਖਾਂ ਦਾ ਵਿਸ਼ਾ ਬਾਣੀ ਨਹੀਂ ਹੁੰਦੀ। ਇੰਨੀ ਗੱਲ ਦੀ ਉਹ ਸਾਨੂੰ ਸਮਝ ਨਹੀਂ। ਜਿੰਨਾ ਚਿਰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ, ਅੱਗੇ ਤੁਰੀਏ ਕਿਵੇਂ? ਰਾਤ ਇੱਥੇ ਹੀ ਰੁਕ ਗਿਆ ਸਾਡਾ। ਰਾਤ ਇੱਥੇ ਹੀ ਰੁਕ ਗਿਆ। ਉਹ ਬੋਲੇ ਤੇ ਆਵਾਜ਼ ਨਾਲ ਸਾਡੇ ਅੰਦਰ ਆਵਾਜ਼ ਨੇ ਜਾਣਾ, ਅੱਖਰਾਂ ਨੇ ਅੰਦਰ ਨਹੀਂ ਜਾਣਾ। ਤੁਹਾਡੇ ਅੱਖਰਾਂ ਨਾਲ ਦੇਖ ਕੇ ਕੀ ਤੁਸੀਂ ਕੀ ਮਿਲੂਗਾ ਤੁਹਾਨੂੰ? ਪੜ੍ਹ ਵੀ ਲਿਆ, ਚਲੋ ਮੰਨ ਲਿਆ। ਜਦੋਂ ਕੋਈ ਪੜ੍ਹਦਾ ਤਾਂ ਬੋਲਦਾ, ਜਦੋਂ ਲਿਖਦਾ ਜਦ ਵੀ ਬੋਲਦਾ। ਮੂੰਹ ਨਹੀਂ ਬੋਲਦਾ ਤਾਂ ਅੱਲਾ ਬੋਲਦਾ। ਬੋਲੇ ਤੇ ਬਿਨਾਂ ਨਾ ਪੜ੍ਹ ਹੁੰਦਾ, ਨਾ ਬੋਲੇ ਤੇ ਬਿਨਾਂ ਲਿਖ ਹੁੰਦਾ। ਜਿਸ ਤਰ੍ਹਾਂ ਤਾਂ ਔਰੰਗਜ਼ੇਬ ਨੂੰ ਦਸਮ ਪਾਤਸ਼ਾਹ ਨੇ ਨਾਲ ਲਿਖਿਆ ਵੀ ਜਿੰਨਾ ਚਿਰ ਤੂੰ ਫਤਿਹ ਬੁਲਾਏਗਾ ਨਹੀਂ ਤਾਂ ਉਹਨਾਂ ਚਿਰ ਤੇਰੇ ਪ੍ਰਾਣ ਨਹੀਂ ਨਿਕਲਣੇ, ਸਰੀਰ ਨਹੀਂ ਛੱਡਿਆ। ਜਦ ਜ਼ਿਆਦਾ ਤੰਗ ਹੋ ਗਿਆ, ਸਾਰੇ ਯਤਨ ਕਰ ਲਏ ਨਾ ਉਹਦਾ ਸਰੀਰ ਚੋਂ ਪ੍ਰਾਣ ਨਿਕਲਣ, ਫਿਰ ਉਹਦੀ ਕੁੜੀ ਕਹਿੰਦੀ ਫਤਿਹ ਬੁਲਾਵੇ ਨਾ। ਉਹ ਜੇ ਫਤਿਹ ਬੁਲਾਉਂਦਾ ਹੈ ਤਾਂ ਇਸਲਾਮ ਖਤਮ ਹੁੰਦਾ ਉਹਦਾ। ਫਿਰ ਕਹਿੰਦਾ ਮੇਰਾ ਮੰਤਰ ਦੂਆ ਪੜ੍ਹ ਲਿਆ, ਮੈਂ ਇਸਲਾਮ ਤੋਂ ਖਾਰਜ ਹੋਣਾ। ਫਸ ਗਿਆ। ਵਾਹਿਗੁਰੂ ਦਾ ਸ਼ਬਦ ਮੂੰਹ ਚੋਂ ਕੱਢ, ਉਹ ਅੱਲਾ ਦੇ ਬਿਨਾਂ ਵਾਹਿਗੁਰੂ ਕੱਢੇ ਕਿਵੇਂ? ਖੁਦਾ ਤੋਂ ਬਿਨਾਂ ਵਾਹਿਗੁਰੂ ਕਹੇ ਤਾਂ ਕਿਵੇਂ ਕਹੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੇ ਬਿਨਾਂ ਤੇਰੇ ਪ੍ਰਾਣ ਨਹੀਂ ਨਿਕਲਣੇ। ਤਾਂ ਉਹਦੀ ਕੁੜੀ ਸੀ ਕਹਿੰਦੇ ਕੋਲ, ਉਹ ਕਹਿੰਦੀ ਹੈ ਵੀ ਅੱਬਾ ਜਾਨ ਜੇ ਤੁਸੀਂ ਬੋਲਣਾ ਨਹੀਂ ਤਾਂ ਲਿਖ ਦਿਓ। ਕਹਿੰਦਾ ਹਾਂ ਲਿਖ ਦੇ। ਬੋਲੇ ਤੇ ਹੀ ਮੇਰਾ ਹੋ ਜਾਂਦਾ ਧਰਮ ਨਾ। ਸਿਆਣੀ ਸੀ ਉਹ ਵੀ। ਹੁਣ ਲਿਖਣ ਤੋਂ ਨਾਲ ਬੋਲਦਾ ਆਦਮੀ। ਬੋਲਣਾ ਮੂੰਹ ਦਾ ਨਹੀਂ ਹੁੰਦਾ, ਬੋਲਣਾ ਦਾ ਆਤਮਾ ਦਾ ਹੁੰਦਾ। ਉਹਨੇ ਲਿਖਤਾ ਵਜਦਾ ਹੀ ਉੱਥੇ ਕਲਮ, ਉੱਥੋਂ ਐ ਹੋ ਗਈ ਕਲਮ ਨਾਲ। ਇਸ ਕਰਕੇ ਜਦ ਪੜ੍ਹਦੇ ਆ ਉਹ ਵੀ ਬੋਲਣ ਦੇ ਨਾਲੇ ਆ ਜਾਂਦਾ। ਬੋਲੇ ਤੇ ਬਾਣੀ ਪੜ੍ਹ ਕੇ ਹੀ ਬੋਲਦੇ ਆ ਅਸੀਂ। ਜਦ ਪੜ੍ਹਦੇ ਆ ਅੱਖਾਂ ਨਾਲ ਦੇਖਦੇ ਆ, ਮੂੰਹ ਨਾਲ ਬੋਲਦੇ ਆ। ਉਹ ਜਿਹੜੇ ਸਾਡੇ ਕੰਨਾਂ 'ਚ ਪੈਂਦੇ ਨੇ ਸ਼ਬਦ, ਕਿਉਂਕਿ ਬੋਲ ਕੰਨਾਂ ਦਾ ਵਿਸ਼ਾ, ਸ਼ਬਦ ਕੰਨਾਂ ਦਾ ਵਿਸ਼ਾ। ਸ਼ਬਦ ਆਵਾਜ਼ ਤੋਂ ਨਹੀਂ ਹੁੰਦੀ ਹੈ, ਉਹ ਕੰਨਾਂ ਦਾ ਵਿਸ਼ਾ, ਕੰਨਾਂ ਨਾਲ ਸੁਣੀ ਜਾਂਦੀ ਹੈ।
ਅੱਖਾਂ ਨਾਲ ਦੇਖੀ ਨਹੀਂ ਜਾਂਦੀ। ਜਹ ਬੋਲ ਤਾਂ ਅਛਰ ਆਵਾ, ਜਹ ਅਬੋਲ ਤਾਂ ਮਨ ਨਾ ਰਹਾਵਾ। ਜਿੱਥੇ ਬੋਲ ਹੋਊ, ਜਿਹੜੀ ਗੱਲ ਅਸੀਂ ਬੋਲ ਸਕਦੇ ਹਾਂ, ਇਹਦਾ ਮਤਲਬ ਇਹ ਜਿਹੜੀ ਗੱਲ ਬੋਲਣ 'ਚ ਆ ਸਕਦੀ ਹੈ ਉਹਦੀ ਜਗ੍ਹਾ ਹੀ ਅੱਖਰ ਲੈ ਸਕਦਾ। ਅਛਰ ਲਫ਼ਜ਼ ਵਰਤਿਆ, ਅੱਖਰ ਨਹੀਂ ਵਰਤਿਆ। ਕਿਉਂ ਅਛਰ ਵਰਤਿਆ? ਪਹਿਲਾਂ ਅਕਸ਼ਰ ਲਫ਼ਜ਼ ਹੈ, ਫਿਰ ਉਹਦੇ ਤੋਂ ਅਛਰ ਆਇਆ, ਛੱਛਾ ਆ ਗਿਆ, ਫਿਰ ਇਹਦੇ ਤੋਂ ਖੱਖਾ ਆ ਗਿਆ, ਅੱਖਰ ਆ ਗਿਆ। ਜਦ ਅੱਖਰ ਆ ਗਿਆ ਇੱਥੇ ਪ੍ਰੋਬਲਮ ਆ ਗਈ। ਅਖਰ ਜੋਤ ਦਾ ਆਤਮਾ ਦਾ ਰੋਗ, ਆਤਮਾ ਨੂੰ ਅਖਰ ਕਹਿੰਦੇ ਨੇ। ਅਖਰ ਦਾ ਮਤਲਬ ਹੁੰਦਾ ਜਿਹਨੂੰ ਜਰਾ ਰੋਗ ਨਹੀਂ ਹੈ, ਜਰਾ ਰੋਗ ਤੋਂ ਰਹਿਤ, ਜੋ ਚੀਜ਼ ਖਰਦੀ ਨਹੀਂ, ਪੁਰਾਣੀ ਨਹੀਂ ਹੁੰਦੀ। ਦੇਖੋ ਨਾ, ਲੋਹਾ ਪੁਰਾਣਾ ਹੁੰਦਾ ਖਰ ਜਾਂਦਾ ਨਾ। ਸਾਰੀਆਂ ਚੀਜ਼ਾਂ 'ਚ ਜਰਾ ਰੋਗ ਹੈ, ਆਤਮਾ 'ਚ ਜਰਾ ਰੋਗ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ, ਸੱਚ ਪੁਰਾਣਾ ਹੋਵੇ ਨਹੀਂ, ਆਤਮਾ ਸੱਚ, ਸਤ ਸਰੂਪ ਹੈ। ਇਸ ਕਰਕੇ ਇਹਨੂੰ ਅਖਾਰ ਕਿਹਾ ਹੈ। ਇਹਨੂੰ ਵੀ ਅੱਖਰੇ ਕਹੀ ਜਾਂਦੇ ਨੇ। ਜਦੋਂ ਪਹਿਲਾਂ ਕਬੀਰ ਨੇ ਕਹਿਤਾ 52 ਅੱਖਰੇ 52 ਨੇ, ਇਹ 53ਵਾਂ ਕਿੱਥੋਂ ਲਿਆ ਵਾੜਿਆ ਇਹਨਾਂ ਨੇ? ਜੇ ਤਾਂ ਉਹ ਕਹਿੰਦਾ ਵੀ 52 ਅੱਖਰ ਨੇ, 53ਵਾਂ ਇਹਨਾਂ 'ਚ ਹੈ ਨਹੀਂ ਭਾਈ, ਅੱਖਰੇ 52 ਨੇ। ਅਛਰ ਲਫ਼ਜ਼ ਤਾਂ ਵਰਤਿਆ, ਉਹ ਅਖਰ ਹੈ, ਉਹਨੂੰ ਅੱਖਰ ਨਹੀਂ ਪੜ੍ਹਨਾ। 52 ਵਾਸਤੇ ਅਛਰ ਵਰਤਿਆ, ਆੜਾ ਛੱਛਾ ਰਾਰਾ। ਉਹ ਅਖਰ ਨੂੰ ਵੀ ਅਛਰੇ ਹੁੰਦਾ, ਫਿਰ ਉੱਥੇ ਅੱਖਰ ਕਾਹਦੇ ਹੈ? ਕਿੰਨਾ ਧਿਆਨ ਰੱਖ ਕੇ ਗੱਲ ਕਹੀ ਸੀ, ਪਰ ਉਹਨਾਂ ਨੇ ਜਾਣ ਬੁੱਝ ਕੇ ਫਿਰ ਮਿਲਾਤੀ। ਜਾਂ ਤਾਂ ਜਾਣ ਬੁੱਝ ਕੇ ਮਿਲਾਤੀ, ਜਾਂ ਫਿਰ ਬੁੱਧੀਹੀਨ ਸੀ। ਦੋਵੇਂ ਗੱਲਾਂ ਹੋ ਸਕਦੀਆਂ ਨੇ, ਬੁੱਧੀਹੀਨ ਨੇ ਜਾਂ ਮੂਰਖ ਨੇ। ਤੀਜੀ ਕੋਈ ਗੱਲ ਨਹੀਂ ਲੱਗਦੀ ਉਹਨਾਂ 'ਚ। ਜਾਂ ਤਾਂ ਮੂਰਖ ਨੇ, ਬੁੱਧੀਹੀਨ ਨੇ, ਜਾਂ ਫਿਰ ਮਹਾ ਹਰਾਮੀ ਨੇ, ਜਾਣ ਬੁੱਝ ਕੇ ਕੀਤਾ। ਜਹ ਬੋਲ ਤਾਂ ਅਛਰ ਆਵਾ, ਜਿੱਥੇ ਬੋਲ ਹੈ, ਜੋ ਬੋਲ ਸਕਦੇ ਉਹਦੀ ਜਗ੍ਹਾ ਅੱਖਰ ਲੈ ਸਕਦਾ, ਲੈ ਸਕਦਾ। ਜਿੱਥੇ ਬੋਲ ਹੀ ਨਹੀਂ ਸਕਦੇ ਜਿਹੜੀ ਗੱਲ, ਉੱਥੇ ਅੱਖਰ ਕਿੱਥੇ ਆ ਜੂ? ਜਹ ਅਬੋਲ ਤਾਂ ਮਨ ਨਾ ਰਹਾਵਾ। ਜੇ ਅਬੋਲ ਹੈ ਕੋਈ ਚੀਜ਼, ਉੱਥੇ ਮਨ ਕਿਵੇਂ ਟਿਕੇ? ਕਾਹਦੇ ਨਾਲ ਖੜੇ ਮਨ ਨਹੀਂ ਟਿਕ ਸਕਦਾ। ਸਮਾਧੀ ਵਾਲਾ ਦਾ ਮਨ ਕਾਹਦੇ ਅਸਰ ਟਿਕਦਾ? ਉਹ ਅਬੋਲ ਹੈ। ਅਸਲ 'ਚ ਅਬੋਲ ਹੈ ਸ਼ਬਦ, ਜਿਹੜੀ ਤੁਰਕੀ ਬਾਣੀ ਆ ਅਬੋਲ ਹੈ, ਬੋਲੀ ਨਹੀਂ ਜਾ ਸਕਦੀ। ਉਹਦੇ ਉਹ ਸ਼ਬਦ ਦੇ ਨਾਲ ਜੋਗੀ ਦਾ ਮਨ ਕਿਵੇਂ ਟਿਕਿਆ ਹੈ, ਇਹ ਮੈਨੂੰ ਸਮਝਾਓ। ਇੱਥੇ ਹੋਰ ਹੈ ਗੱਲ। ਜਿਹੜੇ ਲੋਕ ਮਾਲਾ ਫੇਰ ਕੇ ਸਿੱਧਾ ਡਾਇਰੈਕਟ ਉਹਦੇ ਨਾਲ ਕਨੈਕਸ਼ਨ ਕਰਦੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਉੱਥੇ ਮਨ ਕਿਵੇਂ ਟਿਕਦਾ ਉਹਨਾਂ ਦਾ, ਕਿਵੇਂ ਜੁੜਦਾ ਹੈ? ਚੀਜ਼ ਤਾਂ ਅਬੋਲ ਹੈ, ਉਹਦੀ ਜਗ੍ਹਾ ਤਾਂ ਅੱਖਰ ਵੀ ਨਹੀਂ ਆ ਸਕਦਾ। ਤੈ ਮਨ ਨਾ ਰਹਾ, ਉਹਦੇ ਨਾਲ ਮਨ ਟਿਕ ਨਹੀਂ ਸਕਦਾ, ਜੁੜ ਨਹੀਂ ਸਕਦਾ। ਮਨ ਟਿਕਦਾ ਗਿਆਨ ਨਾਲ, ਗਿਆਨ ਕਾ ਬੱਧਾ ਮਨ ਰਹੇ। ਜੇ ਅਬੋਲ ਹੈ, ਉਹਦਾ ਗਿਆਨ ਨਹੀਂ ਕਰਾ ਸਕਦੇ, ਅਜੋ ਸੋਝੀ ਨਹੀਂ ਕਰਾਈ ਜਾ ਸਕਦੀ। ਤੈ ਮਨ ਨਾ ਰਹਾਵਾ, ਉੱਥੇ ਤਾਂ ਵੀ ਪਤਾ ਨਹੀਂ ਕੀ ਹੈ, ਦੱਸਿਆ ਨਹੀਂ ਜਾ ਸਕਦਾ ਫਿਰ ਕੀ ਹੈ। ਗੱਲ ਬੁੱਝਣ ਵਾਲੀ ਹੈ, ਇਹਦਾ ਮਤਲਬ ਹੈ ਮਨ ਨਹੀਂ ਟਿਕ ਸਕਦਾ। ਬੋਲ ਅਬੋਲ ਮੱਧ ਹੈ ਸੋਈ, ਬੋਲ ਅਬੋਲ ਮੱਧ ਹੈ ਸੋਈ। ਬੋਲ ਔਰ ਅਬੋਲ ਦੇ ਮੱਧ ਹੈ। ਉਹਦੇ ਬਾਰੇ ਬਹੁਤ ਕੁਝ ਦੱਸਾਂਗੇ, ਪਰ ਉਹ ਕੀ ਹੈ ਡਾਇਰੈਕਟ ਨਹੀਂ ਦੱਸ ਸਕਦੇ। ਉਹਦੇ ਬਾਰੇ ਤਾਂ ਬਹੁਤ ਕੁਝ ਦੱਸਾਂਗੇ, ਬੁਝਾਰਤ ਹੈ। ਉਹ ਬੁਝਾਰਤ ਦਾ ਅਤਾ ਪਤਾ ਤਾਂ ਬਹੁਤ ਦੇਤਾ ਨਾਮ ਦਾ, ਪਰ ਨਾਮ ਕੀ ਹੈ? ਇਹ ਨਾਮ ਦਾ ਟੇਸਟ ਕੀ ਹੈ? ਨਾਮ ਦੀ ਛਤਰ ਛਾਇਆ ਹੈ, ਆਨੰਦ ਕੈਸਾ ਹੈ? ਕਹਿਵੇ ਕੋ ਸੋਭਾ ਨਹੀਂ, ਦੇਖਦੇ ਹੀ ਪਰਵਾਨ। ਜਿਹੜਾ ਦੇਖ ਲੂਗਾ, ਜਿਹੜਾ ਚਖ ਲੂਗਾ ਟੇਸਟ, ਉਹੀ ਜਾਣੂਗਾ। ਮਿੱਠਾ ਹੈ, ਕਿਹਾ ਜਾ ਮਿੱਠਾ, ਨਾ ਮਿੱਠਾ ਕਿਹਾ ਜਾ ਮਿੱਠਾ। ਸ਼ੱਕਰ ਮਿੱਠੀ ਹੈ,
ਖੰਡ ਮਿੱਠੀ ਹੈ, ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਂਝਾ ਦੁੱਧ, ਸ਼ਾਇਦ ਵੀ ਮਿੱਠਾ ਹੈ, ਦੁੱਧ ਨੂੰ ਵੀ ਮਿੱਠਾ ਕਹਿੰਦੇ ਨੇ, ਪਰ ਇਹ ਸਭ ਮਿੱਠੇ ਨਹੀਂ ਹੈ। ਇਹ ਜਿਹਾ ਮਿੱਠਾ ਹੋ ਰੱਬ ਨੂੰ ਪੁੱਜਣ ਸੁਧ, ਤੇਰੇ ਵਰਗਾ ਮਿੱਠਾ ਕੋਈ ਵੀ ਨਹੀਂ, ਕਿਉਂਕਿ ਇਹ ਮਿੱਠੇ ਜ਼ੁਬਾਨ ਵਾਸਤੇ ਨੇ। ਤੂੰ ਇਹ ਜ਼ੁਬਾਨ ਵਾਲਾ ਮਿੱਠਾ ਹੈ ਨਹੀਂ, ਤੂੰ ਮਨ ਨੂੰ ਮਿੱਠਾ ਲੱਗਦਾ ਜਾਂ ਮਨ ਨੂੰ ਕੌੜਾ ਲੱਗਦਾ। ਇੱਥੇ ਮਨ ਨੂੰ ਕੌੜਾ ਲੱਗਦਾ ਜਾਂ ਮਨ ਨੂੰ ਮਿੱਠਾ ਲੱਗਦਾ ਵਾਲੀ ਗੱਲ ਹੈ। ਇਹ ਜ਼ੁਬਾਨ ਦੇ ਮਿੱਠੇ, ਇਹ ਸਾਰੇ ਜੀਭ ਨੂੰ ਮਿੱਠੇ ਲੱਗਣ ਵਾਲੀਆਂ ਚੀਜ਼ਾਂ ਨੇ। ਤੈਨੂੰ ਚੱਟ ਕੇ ਮਹਿਸੂਸ ਨਹੀਂ ਕੀਤਾ ਜਾ ਸਕਦਾ। ਜੇ ਚੱਟ ਕੇ ਮਹਿਸੂਸ ਕੀਤਾ ਫਿਰ ਤਾਂ ਤੂੰ ਮਾਇਆ, ਫਿਰ ਤਾਂ ਤੂੰ ਮਾਇਆ। ਇਹ ਸਭ ਮਾਇਆ ਨੇ, ਮਾਇਆ ਨਹੀਂ ਹੈ। ਤੂੰ ਮਾਇਆ ਤੇ ਪਰੇ ਹੈ, ਤੂੰ ਚੇਤਨ ਹੈ। ਜਸ ਉਹ ਹੈ ਤਸ ਲਖੇ ਨਾ ਕੋਈ। ਜੈਸੀ ਉਹ ਚੀਜ਼ ਹੈ, ਮਾਇਆ ਦੇ ਵਿੱਚ ਤਾਂ ਉਹ ਜਿਹੀ ਚੀਜ਼ ਹੈ ਹੀ ਨਹੀਂ। ਸਾਡੀ ਪਕੜ ਦੇ ਹੀ ਭਰੇ ਹੈ ਜਿਹੜੀ ਚੀਜ਼। ਨਾ ਤੇਰੀ ਸਮੈਲ ਆ ਸਕਦੀ ਹੈ, ਨੱਕ ਦੀ ਪਕੜ ਦੇ ਪਰੇ ਸਮੈਲ ਕੋਈ ਨਹੀਂ ਤੇਰੀ। ਤੇਰਾ ਜਸ ਤੇਰੀ ਸਮੈਲ ਹੈ। ਜਸ ਜਿਹੜਾ ਸਮੈਲ ਹੈ, ਅਪਜਸ ਜਿਹੜੀ ਦੁਰਗੰਧ ਹੈ। ਅਪਜਸ ਕੀ ਹੈ? ਦੁਰਗੰਧ। ਲਾਗ ਪੜੇ ਦੁਰਗੰਧ ਸਿਓ। ਜਿਹਨੇ ਅਪਜਸ ਖੱਟ ਲਿਆ ਉਹ ਦੁਰਗੰਧ ਨਾਲ ਹੈ। ਜਿਹੜੇ ਮਾਇਆ ਦੇ ਦੀਵਾਨੇ ਨੇ ਉਹ ਅਪਜਸ ਖੱਟਣ ਕੇ ਉਹ ਦੁਰਗੰਧ ਨਾਲ ਜੁੜੇ ਹੋਏ ਨੇ। ਜਿਹੜੇ ਸੱਚ ਨਾਲ ਜੁੜੇ ਹੋਏ ਨੇ ਉਹ ਸੁਗੰਧ ਨਾਲ ਜੁੜੇ ਹੋਏ ਨੇ। ਇਹ ਸੈਂਸ ਵਿੱਚ ਸੁਗੰਧ ਦੁਰਗੰਧ ਹੈ। ਨਹੀਂ ਤਾਂ ਲਾਗ ਪੜੇ ਦੁਰਗੰਧ ਸਿਓ। ਨਾਨਕ ਮਾਇਆ ਬੰਦ, ਮਾਇਆ ਦੇ ਬੰਨਣ 'ਚ ਪਏ ਹੋਏ ਦੁਰਗੰਧ ਨਾਲ ਜੁੜੇ ਹੋਏ ਨੇ ਸਾਰੇ। ਬਿਖ ਨਾਲ ਜੁੜੇ ਹੋਏ ਨੇ, ਮਾਇਆ ਨਾਲ ਜੁੜੇ ਹੋਏ ਨੇ। ਹਾਂਜੀ, ਜਸ ਉਹ ਹੈ ਤਸ ਲਖੇ ਨਾ ਕੋਈ। ਜਦ ਉਹ ਜਿਹੋ ਜਿਹਾ ਹੈ, ਉਹੋ ਜਿਹੀ ਕੋਈ ਚੀਜ਼ ਹੈ ਨਹੀਂ। ਹੁਣ ਦੱਸੋ ਉਹਨੂੰ ਦਸੀਏ, ਬਿਆਨ ਕਿਵੇਂ ਕਰੀਏ? ਜੋ ਉਹ ਵਸਤੂ ਹੈ ਉਹੋ ਜਿਹੀ ਕੋਈ ਹੋਰ ਸੰਸਾਰ 'ਚ ਹੋਵੇ ਤਾਂ ਹੀ ਦਸੀਏ। ਉਹੋ ਜਿਹਾ ਕੁਛ ਹੈ ਨਹੀਂ, ਉਹਨੂੰ ਬੋਲ ਕੇ ਦਸੀਏ ਕਿਵੇਂ? ਇਸ ਕਰਕੇ ਲਿਖਿਆ ਵੀ ਨਹੀਂ ਜਾ ਸਕਦਾ, ਲਿਖਤ ਤੇ ਵੀ ਬਾਹਰ ਹੈ। ਜੋ ਚੀਜ਼ ਬੋਲੀ ਨਹੀਂ ਜਾ ਸਕਦੀ ਉਹ ਲਿਖਤ ਤੇ ਬਾਹਰ ਹੈ। ਅਸਲ ਦੇ ਵਿੱਚ ਜੋ ਤੱਤ ਹੈ, ਤੱਤ ਦੇਖੋ ਦੋ ਕਿਸਮ ਦਾ ਨਾਮ ਹੈ। ਇੱਕ ਨਾਮ ਤੱਤ ਹੈ, ਇੱਕ ਤੱਤ ਗਿਆਨ ਹੈ। ਤੱਤ ਗਿਆਨ ਦਾ ਤੱਤ ਦਾ ਗਿਆਨ, ਤੱਤ ਵਸਤੂ ਦਾ ਗਿਆਨ। ਤੱਤ ਗਿਆਨ ਦਾ ਮਤਲਬ ਕੀ ਹੈ? ਤੱਤ ਵਸਤੂ ਹੈ ਕੋਈ, ਉਹਦਾ ਗਿਆਨ ਹੈ। ਇਹਦੇ ਵਿੱਚ ਤੱਤ ਨਹੀਂ ਹੈ। ਇਹਦੇ ਵਿੱਚ ਤੱਤ ਦਾ ਇਹ ਸਰੀਰ 'ਚ ਹੈ। ਤੱਤ ਦਾ ਮਿੱਟੀ ਦੀ ਜਿਹੜੀ ਚੱਲਦੀ ਹੈ ਨਾ, ਇਹ ਪੁਤਲੀ ਮਿੱਟੀ ਦੀ, ਉਹ ਤੱਤ ਦੀ ਸ਼ਕਤੀ ਨਾਲ ਹਿਲਦੀ ਹੈ। ਤੱਤ ਤਾਂ ਇੱਕ ਸ਼ਕਤੀ ਦਾ ਨਾਮ ਹੈ। ਤੱਤ ਤਾਂ ਸ਼ਕਤੀ ਦਾ ਨਾਮ ਹੈ। ਜਿੱਥੇ ਤੱਤ ਹੈ ਉਹ ਸਰੀਰ, ਉੱਥੇ ਭੁੱਖ ਪਿਆਸ ਹੈ, ਉੱਥੇ ਉਦਰ ਹੈ। ਤੇ ਗੁਰੂ ਗ੍ਰੰਥ ਸਾਹਿਬ ਦਾ ਉਦਰ ਹੈ ਨਹੀਂ। ਫਿਰ ਕਿੱਡਾ ਭੁਲੇਖਾ ਹੈ। ਜੋ ਮੂਰਤੀ ਪੂਜਾ ਸੀ ਉਹੀ ਜੀ ਗੱਲ ਅਸੀਂ ਬਣਾ ਲਈ। ਇਸ ਕਰਕੇ ਪੋਥੀ ਸਾਹਿਬ ਕਿਹਾ ਸੀ, ਪੋਥੀ ਸਾਹਿਬ ਜੇ ਹੁੰਦਾ ਰਹਿੰਦਾ ਲਿਖਿਆ ਹੋਇਆ ਤਾਂ ਸ਼ਾਇਦ ਇਹ ਭੁਲੇਖਾ ਜਿਹੜਾ ਨਾ ਪੈਂਦਾ। ਅਸੀਂ ਜ਼ਿਆਦਾ ਸਿਆਣਪ ਕਰ ਲਈ, ਗੁਰੂ ਦੀ ਗੱਲ ਨੂੰ ਰੱਦ ਕਰਕੇ ਆਪਣੀ ਮਰਜ਼ੀ ਕਰ ਲਈ, ਮਨਮਤ ਕਰ ਲਈ। ਇਹ ਭੁਲੇਖਾ ਅੱਜ ਖੜਾ ਹੋ ਗਿਆ, ਨਵਾਂ ਭੁਲੇਖਾ ਖੜਾ ਹੋ ਗਿਆ। ਜਦ ਉਹਨਾਂ ਨੇ ਪੋਥੀ ਸਾਹਿਬ ਲਿਖਿਆ ਸੀ ਤਾਂ ਗੁਰੂ ਕਿਹਨੇ ਲਿਖਿਆ? ਕਹਾਣੀ ਬਣਾਈ। ਵਿਅਕਤੀ ਗੁਰੂ ਕਦੇ ਨਹੀਂ ਹੋਇਆ। ਕਿਸੇ ਵਿਅਕਤੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ। ਨਾਨਕ ਨੇ ਕਦੇ ਗੁਰੂ ਨਹੀਂ ਕਿਹਾ। ਕਿਸੇ ਭਗਤ ਨੇ ਕਦੇ ਗੁਰੂ ਨਹੀਂ ਕਿਹਾ ਆਪਣੇ ਆਪ ਨੂੰ। ਭਗਤ ਨੇ ਉਹ। ਭਗਤ ਕਿਹਦੇ ਨੇ? ਗੁਰੂ ਦੇ ਤਾਂ ਭਗਤ ਨੇ। ਇਹ ਪਰਮੇਸ਼ਰ ਦੇ ਭਗਤ ਨੇ। ਗੁਰ ਪਰਮੇਸ਼ਰ ਇੱਕੋ ਜਾਣ। ਗੁਰ ਔਰ ਪਰਮੇਸ਼ਰ ਤਾਂ ਇੱਕ ਹੁੰਦੇ ਨੇ। ਇਹ ਕੌਣ ਸੀ? ਇਹ ਪਰਮੇਸ਼ਰ ਦੇ ਦਾਸ ਸੀ। ਜਿਹੜਾ ਬੁਲਾਉਂਦਾ ਹੈ, ਇੱਕ ਤਾਂ ਬੋਲਦਾ, ਗੁਰਬਾਣੀ ਉਚਾਰਨ ਕਰਦਾ, ਇੱਕ ਜਿਹੜਾ ਉਹਨੂੰ ਬੁਲਾਉਂਦਾ ਹੈ, ਖਸਮ ਜਿਹਨੂੰ ਕਿਹਾ ਬੁਲਾਇਆ ਬੋਲੇ
ਖਸਮ ਕੌਣ ਹੈ ਫਿਰ? ਉਹਦੇ ਖਾਤਰ ਨਵਾਂ ਲਫ਼ਜ਼ ਰੱਖੋ ਕੀ ਹੈ ਫਿਰ? ਜੇ ਗੁਰੂ ਬੋਲਣ ਵਾਲਾ ਹੈ ਉਹ ਦੱਸੋ ਕੌਣ ਹੈ ਖਸਮ? ਫਿਰ ਕੌਣ? ਉਹਦੇ ਖਾਤਰ ਨਵਾਂ ਕੀ ਆਊਗਾ? ਉਹ ਸੁਪੀਰੀਅਰ ਤਾਂ ਹੈ ਨਾ, ਇਹਦੇ ਨੂੰ ਬੁਲਾਉਣ ਵਾਲਾ ਸੁਪੀਰੀਅਰ ਤਾਂ ਹੈ ਨਾ, ਉਹਦੇ ਖਾਤਰ ਨਵਾਂ ਲਫ਼ਜ਼ ਘੜੋ। ਹੁਣ ਕੀ ਘੜਦੇ? ਜੇ ਇਹਨੂੰ ਗੁਰੂ ਕਿਹਾ ਸੀ ਤਾਂ ਉਹਦੇ ਵਾਸਤੇ ਨਵਾਂ ਲਫ਼ਜ਼ ਹੁਣ ਤੁਹਾਡੇ ਉਹ ਕੀ ਹੈ? ਕੁਝ ਵੀ ਨਹੀਂ ਰਿਹਾ। ਇਦੋਂ ਕਹਾਂ ਚਲੇ ਗਏ ਜਿੱਥੇ ਪ੍ਰਕਾਸ਼ ਹੈ ਪੋਥੀ ਸਾਹਿਬ ਦਾ, ਉਹਨੂੰ ਸੱਚਖੰਡ ਕਹਿਣ ਲੱਗ ਗਏ। ਇਦੋਂ ਕਹਾਂ ਦੇਖੋ ਇੱਕ ਹੋਰ ਕਹਾਂ ਚਲੇ ਗਏ, ਗਲਤੀ ਨਰਕ ਚਲੇ ਗਏ ਸਾਰੇ, ਬੁੱਧੀ ਭ੍ਰਸ਼ਟ ਹੋ ਗਈ, ਉਹਨੂੰ ਸੱਚਖੰਡ ਕਹਿਣ ਲੱਗ ਗਏ। ਹਿੰਦੂਆਂ ਨੂੰ ਵੀ ਗਾਹ ਹੋਗੇ, ਉਹਦਾ ਨੂੰ ਸੱਚਖੰਡ ਧਰ ਲਿਆ। ਧਰਨਾ ਹੀ ਪੈਣਾ ਸੀ, ਮਜਬੂਰੀ ਸੀ, ਨਹੀਂ ਸਵਾਲ ਖੜਾ ਹੋ ਜਾਂਦਾ ਵੀ ਜੇ ਗੁਰੂ ਤਾਂ ਸੱਚਖੰਡ ਵਾਸਤੇ ਹੁੰਦਾ। ਔਰ ਗੁਰੂ ਨੂੰ ਤਾਲਾ ਵੀ ਲਾ ਕੇ ਅਸੀਂ ਚਲੇ ਜਾਂਦੇ। ਗੁਰੂ ਦੀ ਭੇਟਾ ਵੀ ਲਿਖੀ ਹੋਈ ਹੈ ਉੱਤੇ। ਕੀ ਅਜੀਬ ਗੱਲ ਹੈ। ਰਹਿਣਾ ਸਿੱਖੀ ਨੇ ਕਿੱਥੋਂ ਰਹਿ ਜਾਣਾ ਸੀ ਤੁਹਾਡੇ ਕੋਲ? ਸਿੱਖੀ ਵਾਲੀ ਤਾਂ ਕੋਈ ਗੱਲ ਤੁਸੀਂ ਛੱਡੀ ਨਹੀਂ, ਆਪਣੇ ਆਪੇ ਖਤਮ ਕਰਤੀ। ਇਹ ਗ੍ਰੰਥ ਸੀ, ਗ੍ਰੰਥ ਦੇ ਵਿੱਚ ਗਿਆਨ ਜਿਹੜਾ ਹੁੰਦਾ ਉਹ ਗੁਰੂ ਹੁੰਦਾ। ਸੰਸਾਰ 'ਚ ਜੇ ਕੋਈ ਗੁਰੂ ਹੁੰਦਾ ਨਾ ਤਿੰਨ ਲੋਕ ਦੇ ਵਿੱਚ, ਤਾਂ ਗਿਆਨ ਗੁਰੂ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਕਿਉਂਕਿ ਗਿਆਨ ਨੇ ਹਨੇਰਾ ਚੱਕਣਾ ਹੁੰਦਾ। ਇਹਦੇ 'ਚ ਗਿਆਨ ਹੈ, ਇਹਦੇ ਗਿਆਨ ਨੇ ਹਨੇਰਾ ਚੱਕਣਾ। ਜੇ ਗਿਆਨ ਸਾਨੂੰ ਮਿਲ ਗਿਆ ਤਾਂ ਹਨੇਰਾ ਦੂਰ ਹੋਣਾ, ਇਹਦੇ ਨਾਲ ਹਨੇਰਾ ਨਹੀਂ ਦੂਰ ਹੋਣਾ। ਜੇ ਇਹੀ ਗੁਰੂ ਹੈ ਫਿਰ ਦਰਸ਼ਨ ਕਰੋ, ਹਨੇਰਾ ਦੂਰ ਹੋ ਗਿਆ, ਫਿਰ ਤਾਂ ਕਹਾਂ ਗਿਆਨ ਦੀ ਲੋੜ ਹੀ ਨਹੀਂ ਰਹੀ। ਇਹਦੇ ਵਿੱਚ ਮੱਖਣ ਹੈ, ਗੁਰਬਾਣੀ ਹਰ ਨਾਮ ਸਮਾਇਆ। ਉਹ ਮੱਖਣ ਜਿਹਨੇ ਖਾ ਲਿਆ ਉਹਦਾ ਹਨੇਰਾ ਦੂਰ ਹੋਣਾ, ਵਰਨਾ ਹਨੇਰਾ ਕਿਸੇ ਦਾ ਦੂਰ ਨਹੀਂ ਹੋਣਾ। ਹਨੇਰਾ ਵੀ ਸਾਡੇ ਸਾਰਿਆਂ ਦੇ ਅੰਦਰ ਹੈ, ਗੁਰੂ ਵੀ ਸਾਡੇ ਸਾਰਿਆਂ ਦੇ ਕੋਲ ਹੈ। ਕੀ ਜਵਾਬ ਦਓਗੇ ਤੁਸੀਂ? ਜਿਨ੍ਹਾਂ ਨੂੰ ਅਸੀਂ ਮੂਰਤੀ ਬਾਰੇ ਕਹਿੰਦੇ ਸੀ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ, ਜੇ ਇੱਧਰ ਕਹਿਤਾ ਉਹਨਾਂ ਨੇ ਸਵਾਲ ਉਠਾਤਾ, ਫਿਰ ਕੀ ਜਵਾਬ ਹੈ ਸਾਡੇ ਕੋਲ? ਉਹਨਾਂ ਕੋਲ ਜਨੇਊ ਦੀ ਸਾਡੇ ਕੋਲ ਕਿਰਪਾਨ ਹੈ, ਢੱਡ 'ਚ ਮਾਰ ਸਕਦੇ, ਹੋਰ ਕੁਝ ਨਹੀਂ ਕਰ ਸਕਦੇ। ਗੁੱਸੇ ਦਾ ਜਵਾਬ ਨਹੀਂ ਦੇ ਸਕਦੇ। ਜਵਾਬ ਸਾਡੇ ਕੋਲ ਹੈ ਨਹੀਂ ਕੋਈ। ਆਪਣੇ ਆਪੇ ਫਸ ਗਏ ਆਪਣੇ ਜਾਲ 'ਚ। ਇਹੀ ਸਵਾਲ ਕੀਤਾ ਸੀ ਨਾ ਅਨੰਦਪੁਰ ਸਾਹਿਬ ਮੁਸਲਮਾਨ, ਇਹੀ ਸਵਾਲ ਕੀਤਾ ਸੀ, ਡਰਦੇ ਡਰਦੇ ਨਹੀਂ ਕੀਤਾ ਵੀ ਤੁਸੀਂ ਗੁਰੂ ਕਦੋਂ ਤੋਂ ਲਿਖਿਆ, ਕਿਉਂ ਲਿਖਿਆ? ਸਵਾਲ ਕੀਤਾ ਮੁਸਲਮਾਨ ਨੇ, ਉਹਨੇ ਜਵਾਬ ਵੀ ਦਿੱਤਾ ਵੀ ਗੁਰੂ ਲਿਖਣ ਦਾ ਸਾਡਾ ਮਤਲਬ ਇਹ ਨਹੀਂ ਸੀਗਾ ਵੀ ਅਸੀਂ ਇਹਦੀ ਗੱਲ ਮੰਨਣੀ ਹੈ, ਕੋਈ ਗੁਰੂ ਦੀ ਗੱਲ ਮੰਨੀ ਦੀ ਹੈ। ਜੇ ਅਸੀਂ ਗੁਰੂ ਲਿਖਿਆ ਸੀ, ਅਸੀਂ ਪਾਬੰਦ ਹੋਏ ਤੇ ਹਰ ਗੱਲ ਮੰਨਣ ਦੇ, ਉਹ ਤਾਂ ਅਸੀਂ ਪਾਬੰਦੀ ਪੂਰੀ ਕਰਦੇ ਨਹੀਂ। ਗੁਰੂ ਦਾ ਰੌਲਾ ਪਾਈ ਜਾਂਦੇ। ਗੁਰੂ ਮੰਨਦੇ ਵੀ ਆ, ਕਹਿੰਦੇ ਹੀ ਆ, ਮੰਨੋ ਤਾਂ ਸਹੀ। ਫਿਰ ਅਸੀਂ ਤਾਂ ਗੁਰੂ ਲਿਖਿਆ ਸੀ ਵੀ ਚੜਾਵਾ ਆਊਗਾ ਗੁਰੂ ਦੇ ਨਾਂ ਤੇ, ਉਹ ਆਉਂਦਾ ਮਾਲਾ ਮਾਲ, ਅਸੀਂ ਖਾਣ ਵਾਲੇ ਆ, ਗੁਰੂ ਦੀ ਚੜਾਵਾ ਆਉਂਦਾ। ਰਹਿ ਦੀ ਕੋਈ ਹੈ ਨਹੀਂ, ਰਹਿ ਸਾਡੀ ਚੱਲਦੀ ਹੈ। ਕਿਹੜਾ ਬੋਲਦਾ? ਅਰਥ ਜੋ ਮਰਜ਼ੀ ਕਰ ਲਈਏ, ਜਦੋਂ ਮਰਜ਼ੀ ਪ੍ਰਕਾਸ਼ ਕਰ ਲਈਏ, ਜਦੋਂ ਮਰਜ਼ੀ ਸੁਖ ਹਾਸਲ ਕਰ ਲਈਏ, ਸਾਡੀ ਮਰਜ਼ੀ ਹੈ। ਚਾਹੇ ਲਗਾਤਾਰ ਅਖੰਡ ਪਾਠ ਚਲਾਈ ਜਾਈਏ, ਚਾਹੇ 2-2 ਮਹੀਨੇ ਪ੍ਰਕਾਸ਼ ਨਾ ਕਰੀਏ। ਘਰਾਂ 'ਚ ਲੋਕਾਂ ਦੇ ਪੈ ਗਏ ਨੇ, ਕਈ ਥੋਂ ਪਏ ਨੇ। ਅਸੀਂ ਤਾਂ ਭਾਈ ਇਹ ਕੀਤਾ ਸੀ, ਖਾਲਸਾ ਲੜਦਾ ਲੜਦਾ ਹਾਲੋਂ ਬੇਹਾਲ ਹੋ ਗਿਆ, ਗਰੀਬੀ ਆ ਗਈ, ਘਰ-ਬਾਰ ਛੱਡੇ ਹੋਏ ਤੇ ਮਾਇਆ ਦੀ ਭੁੱਖ ਜਾਗ ਆਈ, ਉਹ ਸਾਡੀ ਪੂਰੀ ਹੋ ਗਈ। ਦੇਖ ਸੋਨਾ ਚੜਿਆ ਪਿਆ ਗੁਰਦੁਆਰਿਆਂ ਤੇ। ਅਸੀਂ ਗੁਰੂ ਤੇ ਲੈਣਾ ਕੀ ਸੀ? ਅਸੀਂ ਤਾਂ ਮਾਇਆ ਦੀ ਭੁੱਖ ਨੇ ਕੰਮ ਕਰਾਇਆ ਸੀ, ਉਹ ਸਾਡਾ ਮਸਲਾ ਪੂਰਾ ਹੈ। ਅਸੀਂ ਆਪਣੇ ਮਿਸ਼ਨ 'ਚ ਕਾਮਯਾਬ। ਕਹਿੰਦਾ ਐਸੀ ਬਾਤ कहते हो तुम्हें डर नहीं लगता? ਮੈਂ ਕਿਹਾ ਲੋਕੇ ਕਹਿਣਾ, ਜਥੇਦਾਰ ਤਰਲੋਚਨ ਸਿੰਘ ਦੇ ਦਫ਼ਤਰ 'ਚ ਬੈਠ ਕੇ ਕਹਿਣਾ ਅਨੰਦਪੁਰ ਸਾਹਿਬ, ਉਹਨੇ ਕਿਹਾ ਵੀ ਇਹ ਜੋ ਕੁਝ ਕਹਿ ਦੂ ਉਹ ਸੱਚ ਹੈ।
ਮੇਰੀ ਉਹ ਤੇ ਅੱਖਾਂ ਵਿੱਚ ਕੇ ਮੋਹਰ ਹੈ। ਮੈਂ ਕਹਿਣਾ ਜਹੇਦਾਰ ਨੂੰ ਲਿਆ ਬੁਲਾ ਲਿਆ, ਮੈਂ ਉਹਦੇ ਮੂੰਹ ਤੇ ਕਹਿ ਦਿੰਦਾ। ਤੂੰ ਦੱਸ ਵੀ ਤੇਰੇ ਸਵਾਲ ਨਾਲ ਤੇਰੀ ਤਸੱਲੀ ਹੋਈ ਜਾਂ ਨਾ ਹੋਈ? ਤੇਰੇ ਸਵਾਲ ਦਾ ਤੈਨੂੰ ਜਵਾਬ ਮਿਲ ਗਿਆ, ਤੂੰ ਕਹਿੰਦਾ ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ ਸੈਟਿਸਫੈਕਟਰੀ ਇਸ ਗੱਲ ਦਾ। ਤੂੰ ਦੱਸ ਤੈਨੂੰ ਜਵਾਬ ਮਿਲਿਆ ਨਹੀਂ ਮਿਲਿਆ? ਕਹਿੰਦਾ ਮੈਨੂੰ ਜਵਾਬ ਮਿਲ ਗਿਆ। ਮੈਂ ਕਿਹਾ ਫਿਰ ਸੱਚ ਹੈ ਤਾਂ ਜਵਾਬ ਤੇਰੀ ਤਸੱਲੀ ਹੋਈ। ਸੱਚ ਬਿਨਾਂ ਤਸੱਲੀ ਨਹੀਂ ਹੋ ਸਕਦੀ। ਸੱਚ ਇਹ ਹੈ ਤਾਂ ਤੇਰੀ ਤਸੱਲੀ ਹੋ। ਜੇ ਮੈਂ ਝੂਠ ਬੋਲਦਾ, ਲੁਕਾਉਂਦਾ, ਹੇਰਾ ਫੇਰੀ ਕਰਦਾ, ਤੇਰੀ ਤਸੱਲੀ ਨਹੀਂ ਸੀ ਹੋਣੀ। ਸੱਚ ਸੀ, ਤਸੱਲੀ ਹੋ ਗਈ ਤੇਰੀ। ਤੇਰੀ ਤਸੱਲੀ ਪਾਈ ਹੋਣੀ ਚਾਹੀਦੀ ਹੈ। ਸ਼ਰਧਾ ਸਾਡੀ ਹੋਊ, ਤੇਰੀ ਕੋਈ ਨਹੀਂ। ਕੁਰਾਨ ਤੇ ਸਵਾਲ ਅਸੀਂ ਕਰਾਂਗੇ, ਤੈਅ ਨਹੀਂ ਕਰਨਾ। ਸਾਡੇ ਤੇ ਸਵਾਲ ਦੂਏ ਧਰਮ ਵਾਲਾ ਕਰੂ, ਜਵਾਬ ਅਸੀਂ ਦੇਣਾ। ਸਾਨੂੰ ਤਿਆਰ ਰਹਿਣਾ ਚਾਹੀਦਾ ਹਰ ਸਵਾਲ ਦਾ ਜਵਾਬ ਦੇਣ ਨੂੰ। ਹੁਣ ਜੋ ਕੁਛ ਅਸੀਂ ਬਣਾਈ ਬੈਠੇ ਆ, ਇਹਦੇ ਵਿੱਚ ਤਾਂ ਹਜ਼ਾਰਾਂ ਹੀ ਸ਼ੇਖ ਨੇ। ਜਿਵੇਂ ਹਿੰਦੂਆਂ ਦੇ ਧਰਮ ਸ਼ੇਖ ਹੋ ਗਏ ਤੇ ਨਾ, ਸਾਡੇ ਜਹਾਜ਼ 'ਚ ਵੀ ਹਜ਼ਾਰਾਂ ਸ਼ੇਖ ਹੋ ਗਏ। ਕਬੀਰ ਬੇੜਾ ਜਰਜਰਾ, ਫੂਟੇ ਸ਼ੇਖ ਹਜ਼ਾਰ। ਅਸੀਂ ਆਪਣੇ ਬੇੜੇ 'ਚ ਵੀ ਸਭ ਪਰਿਵਾਰ ਚੜਾਇਆ ਬੇੜੇ। ਦੀਨ ਦਿਆਲ ਭਰੋਸੇ ਤੇਰੇ, ਉਹਦੇ ਵਿੱਚ ਹਜ਼ਾਰਾਂ ਹੀ ਸ਼ੇਖ ਕਰ ਲਏ। ਅਸੀਂ ਆਪ ਕਰ ਲਏ। ਹੈ ਨਹੀਂ ਸੀ ਇੱਕ ਵੀ ਸ਼ੇਖ, ਪਰ ਅਸੀਂ ਕਰ ਲਏ। ਹੁਣ ਸ਼ੇਖ ਬੰਦ ਕਰਨੇ ਨੇ, ਬੇੜਾ ਹੀ ਬਦਲ ਦੇਣਾ ਅਸੀਂ। ਉਹਦਾ ਮਨਮੁਖਾਂ ਦਾ ਬਣਾਇਆ ਹੋਇਆ ਬੇੜਾ। ਜੋ ਪ੍ਰਚਾਰ ਹੁੰਦਾ ਮਨਮੁਖ ਦਾ ਪ੍ਰਚਾਰ ਹੈ ਸਰ। ਮਾਇਆ ਵਾਸਤੇ ਪ੍ਰਚਾਰ ਹੈ, ਸੰਗਤ ਵਾਸਤੇ ਪ੍ਰਚਾਰ ਹੈ। ਕਿੰਨੀ ਸੰਗਤ ਸੀ ਅਨੰਦਪੁਰ ਸਾਹਿਬ, 5 ਕੱਢ ਕੇ ਕਹਿੰਦੇ ਸਾਨੂੰ ਲੋੜ ਨਹੀਂ, ਜਾਓ ਘਰ ਨੂੰ। ਗੁਰੂ ਪਾਬੰਦ ਕਿਉਂ ਨਹੀਂ ਸੰਗਤ ਦੀ ਗੱਲ ਮੰਨਣ ਦਾ? ਸਤ ਸੰਗਤ ਜਿਹੜੀ ਹੈ ਉਹਦੀ ਗੱਲ ਮੰਨਣੀ ਹੈ। ਸੰਗਤ ਕਹਿੰਦੇ ਨੇ ਉਹਨੂੰ ਜਿਹੜੀ ਆਪਣੇ ਆਪ ਨਾਲ ਜਿਹੜਾ ਜੁੜਿਆ ਹੋਵੇ। ਇਕੱਠੇ ਹੋ ਜਾਣ ਫੌਜਾਂ, ਇਕੱਠੇ ਹੋ ਜਾਣ ਬੰਦੇ, ਉਹਨੂੰ ਸੰਗਤ ਨਹੀਂ ਕਹਿੰਦੇ। ਜਿਹੜਾ ਆਪਣੇ ਮੂਲ ਨਾਲ ਜੁੜਿਆ ਹੋਇਆ ਉਹ ਸੰਗਤ ਹੈ। ਕੱਲਾ ਵੀ ਸੰਗਤ ਹੈ। ਆਪਣੇ ਸੰਗ ਜੁੜਿਆ ਹੋਇਆ ਜਿਹੜਾ ਆਪ ਇੱਕ ਹੈ, ਜਿਹਦਾ ਮਨ ਅਡੋਲ ਹੈ, ਉਹ ਆਪਣੇ ਆਪੇ ਸੰਗਤ ਹੈ। ਉਹਦੀ ਸੰਗਤ ਬੰਦਿਆਂ ਦਾ ਇਕੱਠ ਦਾ ਨਾਂ ਸੰਗਤ ਨਹੀਂ। ਬੰਦਿਆਂ ਤਾਂ ਫੌਜਾਂ ਵੀ ਇਕੱਠੀਆਂ ਸੀ ਦੂਏ ਪਾਸੇ। ਦੂਏ ਪਾਸੇ ਭੀੜ ਨਹੀਂ, ਜ਼ਿਆਦਾ ਨਹੀਂ ਕਰ ਸਕਦੇ ਦੂਏ। ਭੀੜ ਦਾ ਨਾਂ ਸੰਗਤ ਨਹੀਂ ਹੈ। ਅੰਤਰਾਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਉਹ ਸੱਚਖੰਡ ਨਾਲ ਮਿਲਿਆ ਹੁੰਦਾ, ਇਕੱਲਾ ਨਹੀਂ ਮਿਲਿਆ ਹੋਇਆ। ਸੱਚਖੰਡ ਨਾਲ ਮਿਲਿਆ ਹੁੰਦਾ। ਸੱਚਖੰਡ ਦੇ ਵਿੱਚ ਸੰਗਤ, ਸੱਚਖੰਡ ਦੇ ਵਿੱਚ ਸਤ ਸੰਗਤ ਹੈ। ਸੱਚ ਨਾਲ ਜੁੜਨ ਨਾਲ ਸੰਗਤ ਹੈ। ਅਸੀਂ ਸੱਚ ਦੀ ਬਜਾਏ ਝੂਠ ਨਾਲ ਜੁੜ ਗਏ। ਇਹਨੂੰ ਕੁਸੰਗ ਕਹਿੰਦੇ ਨੇ, ਸੰਗ ਨਹੀਂ ਕਹਿੰਦੇ। ਇਹ ਕੁਸੰਗ ਹੈ। ਹਾਂਜੀ। ਅੱਲਾਹ ਲਹੂੰ ਤੋ ਕਿਆ ਕਹੂੰ, ਕਹੂੰ ਤੋ ਕੋ ਉਪਕਾਰ। ਹੁਣ ਗੱਲ ਉਹ ਅੱਲਾ ਦੀ ਕਰਦੇ ਨੇ, ਭਗਵਾਨ ਦੀ ਜਾਣ ਕੇ ਨਹੀਂ ਕਰਦੇ। ਕਿਉਂਕਿ ਮੁਸਲਮਾਨੀ ਘਰ ਚੋਂ ਆਏ ਹੋਏ ਨੇ ਨਾ ਜਨਮ ਤੋਂ। ਅੱਲਾ ਕਹਿੰਦੇ ਜੇ ਮੈਂ ਅੱਲਾ ਨੂੰ ਪ੍ਰਾਪਤ ਕਰ ਲਵਾਂ, ਅੱਲਾ ਨਾਲ ਜੁੜ ਜਾਵਾਂ, ਤਾਂ ਮੈਂ ਦੱਸੂਗਾ ਕੀ? ਅੱਲਾ ਵਰਗਾ ਤਾਂ ਹੋਰ ਕੁਛ ਹੈ ਹੀ ਨਹੀਂ। ਮੈਂ ਕੀ ਦੱਸੂ? ਕੀ ਸਬੂਤ ਹੈ ਮੇਰੇ ਕੋਲ ਅੱਲਾ ਨਾਲ ਮੈਂ ਜੁੜ ਗਿਆ? ਕਿਵੇਂ ਤੂੰ ਇਹਨੂੰ ਕਹੂੰ ਮੈਂ ਜੁੜਿਆ ਹੋਇਆ? ਅੱਲਾ ਲਹੂ ਤਾਂ ਕਿਆ ਕਹੂੰ? ਅੱਲਾ ਕਿਹਨੂੰ ਕਹਿੰਦੇ ਨੇ? ਅੱਲਾ ਤਾਂ ਇੱਥੇ ਭਾਵ ਕੀ ਹੈ? ਅੱਲਾ ਸ਼ਬਦ ਗੁਰੂ ਦਾ ਹੀ ਨਾਮ ਹੈ। ਸ਼ਬਦ ਗੁਰੂ ਹੈ, ਉਹਦਾ ਨਾਮ ਅੱਲਾ ਹੈ। ਅੱਬਲ ਅੱਲੋ ਉਪਾਇਆ ਕੀ ਨੇ? ਹੁਕਮ ਨੇ। ਉਪਾਇਆ ਕੀ ਨੇ? ਹੁਕਮ ਨੇ ਉਪਾਇਆ ਨਾ। ਬਸ ਇਸ ਕਰਕੇ ਹੁਕਮ ਅਰਥ ਕੀਤਾ, ਮੈਂ ਆਪਣੇ ਕੋਲੋਂ ਨਹੀਂ ਕੀਤਾ। ਅੱਲੋ ਦਾ ਅਰਥ ਹੀ ਦੱਸਿਆ ਉੱਥੇ ਕਬੀਰ ਨੇ। ਅੱਲੋ ਦਾ ਅਰਥ ਹੈ ਦੱਸਿਆ। ਅੱਲਾ ਕਿਹਨੂੰ ਕਹਿੰਦੇ ਨੇ? ਉਹ ਅਰਥ ਦੱਸਦੇ ਨੇ ਲਫ਼ਜ਼ਾਂ ਦੇ, ਅਸੀਂ ਪਤਾ ਨਹੀਂ ਕੀ ਸਮਝਦੇ। ਲਫ਼ਜ਼ਾਂ ਦੇ ਅਰਥ ਦੱਸਦੀ ਹੈ ਬਾਣੀ ਇਹੋ ਜਿਹੀਆਂ ਗੱਲਾਂ ਕਰਕੇ। ਅਸੀਂ ਤਾਂ ਕੁਝ ਹੋਰ ਸਮਝੀ ਜਾਂਦੇ ਹਾਂ, ਪਤਾ ਨਹੀਂ ਕੀ ਕਹਿਤਾ ਉਹਨੇ। ਅੱਲੋ ਦਾ ਮਤਲਬ ਕੀ ਹੈ ਇਹ ਦੱਸਿਆ। ਅੱਬਲ ਅੱਲੋ ਨੂਰ ਉਪਾਇਆ।
ਨੂਰ ਕਿਹਦੇ ਨਾਲ ਪੈਦਾ ਹੋਇਆ? ਹੁਕਮ ਨਾਲ ਪੈਦਾ ਹੋਇਆ ਨਾ। ਸਾਰੀ ਸ੍ਰਿਸ਼ਟੀ ਹੁਕਮ ਨਾਲ ਸਾਜੀ ਹੈ ਨਾ। ਜੰਮਣ ਮਰਨਾ ਹੁਕਮ ਹੈ ਨਾ। ਬਸ ਅੱਲੋ ਦਾ ਮਤਲਬ ਹੁਕਮ ਹੈ, ਕੋਈ ਬੰਦਾ ਨਹੀਂ ਹੈ। ਅੱਲਾ ਲਹੂੰ ਤਾਂ ਕਿਆ ਕਹੂੰ, ਜੇ ਕਹੂੰ ਮੈਂ ਤਾਂ ਹੁਕਮ ਨਾਲ ਜੁੜ ਜਾਵਾਂ, ਹੁਕਮ ਬੁੱਝ ਲਵਾਂ, ਹੁਕਮ ਬੂਝ ਪਰੰਪਰ ਪਾਈ। ਜੇ ਮੇਰੀ ਸੁਰਤ ਸ਼ਬਦ ਨਾਲ ਜੁੜ ਜਾਵੇ, ਤੁਰਕੀ ਬਾਣੀ ਨਾਲ, ਮੈਂ ਦੱਸੂਗਾ ਕੀ ਕਿਸੇ ਨੂੰ? ਕਹੂੰ ਤਾਂ ਕੋ ਉਪਕਾਰ। ਮੈਂ ਸਿਰਫ ਉਹਦਾ ਕੋਈ ਉਪਕਾਰ ਜੋ ਕਰ ਰਿਹਾ ਹੁਕਮ ਨਾਲ ਜੋ ਹੋ ਰਿਹਾ ਉਹੀ ਬਿਆਨ ਕਰੂੰਗਾ। ਕੁਦਰਤ ਜੋ ਵਰਤ ਰਹੀ ਹੈ, ਭਾਣਾ ਸਾਰਾ ਉਹਦਾ ਵਰਤ ਰਿਹਾ ਉਹੀ ਦੱਸੂ ਵੀ ਆਹ ਜਿਹੜਾ ਵਰਤ ਰਿਹਾ ਇਹਦੇ ਪਿੱਛੇ ਅੱਲੋ ਕੰਮ ਕਰਦਾ। ਅੱਲੋ ਦੀ ਉਹ ਸ਼ਕਤੀ ਕੰਮ ਕਰਦੀ ਹੈ ਇਹਦੇ ਪਿੱਛੇ, ਉਹਦੀਆਂ ਸ਼ਕਤੀਆਂ ਹੀ ਦੱਸੂਗਾ ਮੈਂ, ਹੋਰ ਕੁਝ ਨਹੀਂ ਦੱਸ ਸਕਦਾ। ਸ਼ਕਤੀਆਂ ਤੁਹਾਡੇ ਸਾਹਮਣੇ ਨੇ ਉਹਦੀਆਂ, ਵਿੱਚ ਕੁਦਰਤ ਹਰ ਪ੍ਰਭ ਵਸੈ ਜੀਓ। ਕੁਦਰਤ ਤੋਂ ਕਾਦਰ ਦਾ ਦਰਸ਼ਨ ਕਰਾਉਂਗਾ ਮੈਂ, ਹੋਰ ਕੁਝ ਨਹੀਂ ਕਰ ਸਕਦਾ। ਕੁਦਰਤ ਉਹਦੇ ਸਾਹਮਣੇ ਤੁਹਾਡੇ, ਕਾਦਰ ਵਿੱਚ ਉਹਦੇ ਲੁਕਿਆ ਹੋਇਆ। ਸਭ ਕੁਝ ਵਰਤੇ ਤੇਰਾ ਭਣ। ਕੱਛੂ ਕੁੰਮੀ ਦੀ ਗੱਲ ਕੀਤੀ, ਉਹਦੇ ਬੱਚੇ ਬਾਹਰ ਹੁੰਦੇ ਨੇ ਪਾਣੀ ਤੋਂ, ਉਹਨਾਂ ਦੇ ਖੰਭ ਨਹੀਂ ਉੱਡ ਕੇ ਆ ਜਾਣ, ਉਹ ਪਾਣੀ ਵੱਲ ਨੂੰ ਕਿਉਂ ਆਉਂਦੇ ਨੇ? ਦੂਜੇ ਪਾਸੇ ਨੂੰ ਕਿਉਂ ਨਹੀਂ ਚਲੇ ਜਾਂਦੇ? ਬੀਜ ਮੰਤਰ ਸਭ ਕੋ ਗਿਆਨ, ਉਹਨਾਂ ਨੂੰ ਗਿਆਨ ਹੈ। ਕੂੰਜ ਦੇ ਬੱਚੇ ਨੇ, ਛੱਡਿਆ ਹੁੰਦੀ ਹੈ ਕੂੰਜ, ਕੌਣ ਪਾਲਦਾ ਇਹਨਾਂ ਚਿਰ? ਤੂੰ ਕਿਉਂ ਚਿੰਤਾ ਕਰਦਾ? ਜਿਹਨੇ ਪੈਦਾ ਕੀਤਾ ਉਹ ਪਾਲਦਾ। ਉਹਨੇ ਪਹਿਲਾਂ ਹੀ ਇੰਨਾ ਰਾਸ਼ਨ ਉਹਨੇ 'ਚ ਰੱਖਿਆ ਵੀ ਇੰਨਾ ਚਿਰ ਕੂੰਜਾਂ ਨੇ ਆਉਣਾ ਨਹੀਂ, ਇਹਨੂੰ ਇੰਨਾ ਚਿਰ ਜਿਉਂਦਾ ਰੱਖਣਾ। ਉਹਦਾ ਸਰੀਰ ਇਹੋ ਜਿਹਾ ਬਣਾਇਆ, ਸਰੀਰ ਐਸਾ ਬਣਾਇਆ ਉਹਦਾ, ਪਹਿਲਾਂ ਹੀ ਉਹਨੂੰ ਪਤਾ ਨਹੀਂ, ਸਭ ਪਤਾ ਸੀ। ਇਸ ਕਰਕੇ ਇਹ ਜਿਹੜੀ ਸਾਰੀ ਚੀਜ਼ ਦੀ ਸਟੱਡੀ ਹੈ, ਕੁਦਰਤ ਦੀ ਸਟੱਡੀ ਹੈ, ਕਾਦਰ ਦੇ ਗੁਣ ਨੇ, ਇਹਦੇ ਚੋਂ ਉਹਨੂੰ ਪਛਾਣੇ, ਉਹਦੀ ਸ਼ਕਤੀ ਨੂੰ ਪਛਾਣੇ, ਉਹਦੇ ਗੁਣਾਂ ਨੂੰ ਪਛਾਣੇ। ਹਾਂਜੀ, ਬਟਕ ਬੀਜ ਮੈਂ ਰਵ ਰਹਿਓ, ਜਾਗੋ ਤੀਨ ਲੋਕ ਵਿਸਥਾਰ। ਬਟਕ ਬੀਜ ਮੈਂ ਰਵ ਰਹਿਓ। ਦੇਖੋ, ਜਿਹਦਾ ਤਿੰਨਾਂ ਲੋਕਾਂ ਦੇ ਵਿੱਚ ਵਿਸਤਾਰ ਹੈ, ਸਾਰੇ ਜੀਵ ਨੇ, ਉਹ ਕਿਵੇਂ ਸਾਰਿਆਂ 'ਚ ਕਿਵੇਂ? ਕਹਿੰਦੇ ਇੱਕ ਬਰੋਟਾ ਹੁੰਦਾ, ਉਹਦੇ ਬੀਜ ਨੇ, ਬੀਜ ਨੇ ਨਾ ਸਾਰਿਆਂ 'ਚ, ਬਰੋਟੇ ਨੇ ਸਾਰੇ ਬੀਜਾਂ 'ਚ, ਹੈ ਨਾ ਬਰੋਟੇ। ਇਸ ਕਰਕੇ ਬੀਜ ਰੂਪ ਹੈ ਸਾਰੇ। ਹੁਕਮ ਬਿਰਛ ਹੈ, ਇਹ ਬੀਜ ਹੈ। ਬੀਜ ਵਿੱਚ ਸਾਰਿਆਂ 'ਚ ਉਹੇ ਜਿਹਾ ਹੀ ਹੁਕਮ ਹੈ, ਇਹ 'ਚੋਂ ਹੀ ਹੁਕਮ ਪ੍ਰਗਟ ਹੋਣਾ ਹੈ। ਸ਼ਬਦ ਸਾਰਿਆਂ 'ਚ ਇੱਕੋ ਹੀ ਪ੍ਰਗਟ ਹੋਣਾ, ਜਾਂ ਇਹਨੇ ਜੰਮਣਾ। ਜਿਵੇਂ ਸਾਰਿਆਂ 'ਚ ਇੱਕੋ ਹੀ ਬਰੋਟਾ ਪੈਦਾ ਹੁੰਦਾ, ਇਹ ਬੀਜ ਰੂਪ ਹੈ। ਨਾਮ ਦਾ ਨਾਮਾ ਬੀਜ ਨੂੰ ਕਹਿੰਦੇ ਨੇ। ਜਿਹੜਾ ਨਾਮਾ ਹੈ ਨਾ, ਨਾਮਾ ਕੀ ਹੁੰਦਾ? ਨਾਮ ਦਾ ਬੀਜ। ਕੰਨਾਂ ਲੱਗ ਗਿਆ, ਨਾਮਾ ਕਹੇ ਤਲੋਚਨਾ। ਨਾਮਾ ਨਾਮ ਦੇ ਬੀਜ ਨੂੰ ਕਿਹਾ। ਨਾਮ ਦੇਵ ਹੋਰ ਚੀਜ਼ ਹੈ, ਨਾਮ ਦੇਵ ਹੋਰ ਚੀਜ਼ ਹੈ, ਨਾਮਾ ਹੋਰ ਚੀਜ਼ ਹੈ। ਜਦ ਇੱਕ ਹੋ ਗਿਆ ਫਿਰ ਨਾਮਾ। ਨਾਮਾ ਲਫ਼ਜ਼ ਹੋਰ ਸੈਂਸ ਵਿੱਚ ਵੀ ਆਇਆ ਹੈ, ਇਹ ਹੋਰ ਜਗ੍ਹਾ ਵੀ ਆਇਆ ਹੈ, ਉਹ ਨਾਮਦੇਵ ਦੀ ਸੈਂਸ ਵਿੱਚ ਨਹੀਂ ਆਇਆ। ਇਹ ਬੀਜ ਹੈ। ਜਿੰਨਾ ਜਿਹੜੇ ਦੋ ਬੀਜ ਹੈ ਨਾ, ਉਹਨਾਂ ਚਿਰ ਇਹਨੂੰ ਪੂਰਨ ਗਿਆਨ ਨਹੀਂ ਹੈ। ਨਾਮਾ ਮਾਇਆ ਮਾਇਆ ਉਹ ਕਹਿ ਰਿਹਾ ਤਾਂ ਉਹਦਾ ਬਟਕ ਬੀਜ ਮੈਂ ਰਵ ਉਹਦਾ ਅਗਿਆਨੀ ਕਹਿ ਰਿਹਾ। ਜਾਗੋ ਤੀਨ ਲੋਕ ਵਿਸਥਾਰ। ਗਾਂ ਨਾਮੇ ਨੇ ਜਵਾਬ ਦੇ ਦਿੱਤਾ, ਕਹਿੰਦਾ ਕਹਿ ਤਲੋਚਨ ਮੀਤ। ਉਹ ਤਾਂ ਕਹਿੰਦਾ ਤੂੰ ਜਿਹੜਾ ਸੂਈ ਨਾ ਧਾਗਾ ਸੁਣਨਾ, ਤੇਰੀ ਸੁਰਤ ਇੱਧਰ ਜਾਂਦੀ ਹੈ। ਕਹਿੰਦਾ ਸੁਰਤ ਨਹੀਂ ਜਾਂਦੀ, ਤੈਨੂੰ ਭੁਲੇਖਾ, ਤੈਨੂੰ ਅਜੇ ਪਤਾ ਨਹੀਂ ਵੀ ਸੁਰਤ ਕਿਵੇਂ ਟਿਕਾਈ ਦੀ ਹੈ, ਕਿੱਥੇ ਟਿਕਾਈ ਦੀ ਹੈ। ਹੱਥ ਪੈਰ ਕਰ ਕੰਮ ਸਭ ਚੇਤਨ ਨਾਲ ਜਵਾਬ ਦਿੱਤਾ। ਬਟਕ ਬੀਜ ਮੈਂ ਰਵ ਰਹਿਓ, ਜਾਗੋ ਤੀਨ ਲੋਕ ਬਟਕ ਬੀਜ ਮੈਂ ਰਵ ਰਹਿਓ। ਬਟਕ ਬਰੋਟਾ ਬੀਜ ਵਿੱਚ ਜਿਵੇਂ ਹੁੰਦਾ ਹੈ। ਕੀ ਬਰੋਟਾ ਬੀਜ ਹੋ ਸਕਦਾ ਹੈ? ਜੇ ਬਰੋਟਾ ਬੀਜ ਵਿੱਚ ਹੋ ਸਕਦਾ, ਸੱਚ ਹੈ, ਤਾਂ ਉਹ ਸਾਡੇ 'ਚ ਹੈਗਾ, ਤਾਂ ਬੀਜ ਵਿੱਚ ਉਹ ਵੀ ਹੈ। ਬਟਕ ਵਿਰਾਟ ਰੂਪ ਹੈ। ਬਟਕ ਕਹਿੰਦੇ ਨੇ ਵੱਡੇ ਰੂਪ ਨੂੰ, ਵਿਰਾਟ ਰੂਪ ਨੂੰ।
ਬੀਜ ਹੁੰਦਾ 52 ਰੂਪ, ਇਹ 52 ਰੂਪ ਹੈ। ਬੀਜ ਛੋਟੇ ਤੋਂ ਛੋਟਾ ਰੂਪ 52 ਰੂਪ ਬੀਜ ਹੈ। ਉਹ 52 ਉਹ ਨਹੀਂ ਉਹਨਾਂ ਦਾ ਅਵਤਾਰ, ਇਹ 52 ਨੇ ਅਵਤਾਰ ਹੋਣਾ। ਮਿਨੀਮਮ ਸਾਈਜ਼, ਮਿਨੀਮਮ ਸਾਈਜ਼ ਬੀਜ ਵਿੱਚ ਮਿਨੀਮਮ ਸਾਈਜ਼ ਹੁੰਦਾ ਹੈ ਬਰੋਟੇ ਦਾ। ਉਹਨਾਂ ਨੇ ਸਰੀਰ ਕਰਕੇ ਆਪਣਾ ਸਰੀਰ ਕਰਕੇ ਮੱਛਰ ਛੋਟਾ ਹੈ। ਖਸਖਸ ਦੇ ਦਾਣੇ ਜਿੰਦਾ ਰੂਪ ਆ ਗਿਆ। ਉਹ ਬੌਨੇ ਨਾਲ ਤਾਂ ਮੱਛਰ ਛੋਟਾ, ਫਿਰ ਖਸਖਸ ਦੇ ਦਾਣੇ ਨੂੰ ਆ ਗਿਆ ਛੋਟਾ। ਪਰ ਖਸਖਸ ਦਾ ਪੇੜ ਕਿੱਡਾ ਹੁੰਦਾ, ਬਰੋਟੇ ਦਾ ਪੇੜ ਕਿੱਡਾ ਹੁੰਦਾ? ਪੇੜ ਦਾ ਤਾਂ ਫਰਕ ਹੈ ਨਾ, ਸਾਈਜ਼ ਵੱਡਾ ਹੈ, ਪੇੜ ਤਾਂ ਬਹੁਤ ਵੱਡਾ ਨਾ। ਸਫੇਦੇ ਦਾ ਬੀਜ ਵੀ ਉਦੋਂ ਛੋਟਾ ਹੁੰਦਾ, ਪੇੜ ਬਹੁਤ ਵੱਡਾ ਹੁੰਦਾ। ਬਟ ਬਰਾੜ ਰੂਪ, ਵੱਡਾ ਰੂਪ, ਵੱਡੇ ਤੋਂ ਵੱਡਾ ਰੂਪ। ਪਟਕ ਬੀਜ ਜੇ ਮਤਲਬ ਰਹੋ, ਉਹ ਵਿਰਾਟ ਰੂਪ ਜਿਹੜਾ ਕਹਿੰਦੇ ਨੇ ਨਾ, ਵਿਰਾਟ ਰੂਪ। ਵਿਰਾਟ ਰੂਪ ਸਰਵ ਵਿਆਪੀ ਰੂਪ ਨੂੰ ਕਹਿੰਦੇ ਨੇ। ਸ਼ਬਦ ਰੂਪ ਇਹਦਾ ਵਿਰਾਟ ਰੂਪ ਹੈ। ਜਦੋਂ ਵਿਸਫੋਟ ਹੈ ਨਾ, ਗੋਲਾ ਗਿਆਨ ਚੱਲਿਆ, ਵਿਰਾਟ ਰੂਪ ਹੋ ਗਿਆ। ਗੋਲਾ ਗਿਆਨ ਚਲਾਇਆ ਗਿਆ ਨਾ, ਜਿੰਨਾ ਚਿਰ ਬੀਜ ਰੂਪ ਹੈ ਇਹ, ਉਹਨਾਂ ਚਿਰ ਗਿਆਨ ਨਹੀਂ ਕਰਾ ਸਕਦਾ। ਬੀਜੋ ਸੂਝੇ ਕੋ ਨਹੀਂ, ਬਹਿ ਦੁਲੀਚਾ ਪਾਏ। ਭਾਵੇਂ ਸਤ ਸੰਤੋਖ ਦੀ ਅਵਸਥਾ ਇਹਦੀ ਹੈ, ਪਰ ਇਹਨੂੰ ਤਿੰਨ ਲੋਕ ਦੀ ਸੋਝੀ ਨਹੀਂ। ਸੋਝੀ ਸਿਰਫ ਕਿੰਨੀ ਹੈ? ਸੋਝੀ ਸਿਰਫ ਐਨੀ ਹੈ ਵੀ ਮੇਰਾ ਇਹ ਚੀਜ਼ 'ਚ ਨੁਕਸਾਨ ਹੈ, ਇਹ 'ਚ ਲਾਭ ਹੈ। ਕੌਡੀਆਂ ਛੱਡ ਦਿੱਤੀਆਂ, ਕੌਡੀ ਬਦਲੇ ਜਿਹੜਾ ਜਨਮ ਸੀ ਉਹ ਛੱਡ ਦਿੱਤਾ। ਮਾਇਆ ਦਾ ਮੋਹ ਤਿਆਗ ਗਿਆ ਸਿਰਫ। ਅੱਜ ਉਧਰ ਮਿਲਿਆ ਨਹੀਂ, ਨਾਮ ਨਹੀਂ ਮਿਲਿਆ, ਗਿਆਨ ਮਿਲਿਆ। ਗਿਆਨ ਤਾਂ ਮਿਲ ਗਿਆ, ਮਾਇਆ ਤਾਂ ਛੱਡਤੀ, ਨਾਮ ਨਹੀਂ ਮਿਲਿਆ। ਮਾਇਆ ਚੋਂ ਮਰਤਾ ਗਿਆ, ਜਿਉਂਦਾ ਨਹੀਂ ਹੋਇਆ। ਜਿੰਨਾ ਚਿਰ ਜਿਉਂਦਾ ਨਹੀਂ ਨਾ ਹੁੰਦਾ, ਉਹਨਾਂ ਚਿਰ ਬੋਲਦਾ ਨਹੀਂ। ਜਦੋਂ ਇਹ ਜਿਉਂਦਾ ਹੋਇਆ ਨਾਮ ਇਹਨੂੰ ਸੁਣਿਆ, ਜਦ ਨਾਮ ਸੁਣੂਗਾ ਬਿਆਨ ਜਦ ਕਰੂਗਾ, ਉਹ ਜਿਹੜਾ ਬੋਲੂਗਾ ਉਹ ਸੱਚ ਹੋਊਗਾ, ਉਹ ਬਾਣੀ। ਬੋਲਣ ਦਾ ਲੋ ਬਾਣੀ ਹੈ, ਜਾਂ ਬੋਲੂਗਾ ਔਰ ਬੁਲਾਇਆ ਬੋਲੂਗਾ। ਫਿਰ ਬੁਲਾਇਆ ਬੋਲੂਗਾ, ਸਿੱਧਾ ਨਹੀਂ ਬੋਲਦਾ। ਜੋ ਸੁਣੂਗਾ ਉਹ ਬੋਲੂਗਾ। ਜਬ ਦੇਖਾਂ ਤਬ, ਜੋ ਦੇਖੂਗਾ ਕੁਦਰਤ ਦੇ ਵਿੱਚ ਸਭ, ਉਹਨੂੰ ਅੱਲਾ ਲਹੂ ਤਾਂ ਕਿਆ ਕਹੂੰ, ਕਹੂੰ ਤਾਂ ਕੋ ਉਪਕਾਰ। ਫਿਰ ਉਹਦੇ ਉਪਕਾਰ ਇਹ ਦੱਸੂਗਾ, ਬਾਕੀ ਦੱਸ ਹੋਰ ਕੁਝ ਨਹੀਂ ਸਕਦਾ। ਇਹਦੇ 'ਚ ਉਹਦਾ ਗੁਣ ਗਾਏ ਨੇ ਹੈ, ਫਿਰ ਵੀ ਦੱਸੂਗਾ ਕਿ ਉਪਕਾਰ ਇਹ ਦੱਸੂ ਉਹਦੇ ਗੁਣੇ ਗਾਇਨ ਕਰੂ, ਹੋਰ ਕੀ ਕਰੂਗਾ? ਇਹ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦਾ।